ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਏ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਈ ਦਰਬਾਰੀ। ਡੰਡੌਤ ਬੰਧਨ ਅਨਕ ਬਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨ ਤੇ ਵਡਿਆਗੀ, ਪਾਵਹਿ ਗਤ ਵਿਸ਼ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਕਰਨ ਨਿਦਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਦੁਆਰਾ ਆਪ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਦਾਸ ਤੋਂ ਪਹਿਲਾਂ ਬੜੇ ਸਤਿਕਾਰਯੋਗ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ, ਉਹਨਾਂ ਤੋਂ ਬੜੇ ਪਿਆਰ ਦੇ ਨਾਲ ਪੰਥਕ ਵਿਚਾਰਾਂ ਸਰਵਣ ਕਰ ਰਹੇ ਸੀ। ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜੋ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਹੈ, ਜਿਸ ਸਥਾਨ ਤੇ ਸਤਿਗੁਰੂ ਜੀ ਨੇ ਸਨਾਤਨ ਧਰਮ ਦੀ ਰੱਖਿਆ ਵਾਸਤੇ ਚਾਂਦਨੀ ਚੌਕ ਆਪਣਾ ਬਲੀਦਾਨ ਦੇ ਕੇ ਰੁੜੇ ਹੋਏ ਔਰ ਡਿਗੇ ਡਿੱਠੇ ਲੋਕਾਂ ਦੀ ਸਹਾਇਤਾ ਕਰਦਿਆਂ ਹੋਇਆਂ ਹਿੰਦੂ ਧਰਮ ਦੀ ਰਾਖੀ ਕੀਤੀ। ਕਿਉਂਕਿ ਮਹਾਰਾਜ ਦੀ ਸ਼ਰਨ ਮੁਸਲਮਾਨ ਆ ਜਾਏ, ਹਿੰਦੂ ਆ ਜਾਏ, ਕੋਈ ਹੋਰ ਦੁਖੀ ਆ ਜਾਏ, ਮਹਾਰਾਜ ਸਭ ਦੀ ਸਹਾਇਤਾ ਕਰਦੇ ਹਨ। ਕਿਉਂਕਿ ਜਿਹੜਾ ਵੀ ਸ਼ਰਨ ਵਿੱਚ ਆਉਂਦਾ ਹੈ, ਪਰਮੇਸ਼ਰ ਦਾ ਬਿਰਦ ਹੈ, ਉਹਦੀ ਰੱਖਿਆ ਕਰਨੀ। ਸਤਿਗੁਰੂ ਜੀ ਦੇ ਪਾਵਨ ਸਰੀਰ ਦਾ ਦੋ ਜਗ੍ਹਾ ਸੰਸਕਾਰ ਹੋਇਆ। ਹਜ਼ੂਰ ਦੇ ਪਾਵਨ ਪਵਿੱਤਰ ਸੀਸ ਦਾ, ਜੋ ਭਾਈ ਜੈਤਾ ਜੀ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਮਹਾਰਾਜ ਦੇ ਪਵਿੱਤਰ ਸਰੀਰ ਨੂੰ, ਸੀਸ ਨੂੰ ਲਿਆਉਣ ਵਿੱਚ ਸਫਲ ਹੋਏ। ਤੇ ਸ਼੍ਰੀ ਅਨੰਦਪੁਰ ਸਾਹਿਬ ਵੀ ਉਹ ਪਵਿੱਤਰ ਸਥਾਨ ਹੈ ਜਿੱਥੇ ਮਹਾਰਾਜ ਜੀ ਦੇ ਪਾਵਨ ਸੀਸ ਦਾ ਸੰਸਕਾਰ
ਆਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਤੇ ਸਤਿਗੁਰਾਂ ਦੇ ਸਤਿਕਾਰਯੋਗ ਮਾਤਾ ਜੀ ਵੀ ਸਰੀਰ ਕਰਕੇ ਮੌਜੂਦ ਸਨ। ਸਾਹਮਣੇ ਉਹ ਸਥਾਨ ਹੈ ਜਿੱਥੇ ਮਹਾਰਾਜ ਨੇ ਸਾਰੀ ਸੰਗਤ ਨੂੰ ਧੀਰਜ ਔਰ ਦਿਲਾਸਾ ਦਿੱਤਾ। ਔਰ ਕੀਰਤਪੁਰ ਤੋਂ ਜੋ ਭਗਵਾਨਗੜ੍ਹ ਸਥਾਨ, ਉੱਥੋਂ ਮਹਾਰਾਜ ਆਪ ਮਹਾਰਾਜ ਦੇ ਭਗਵਾਨ ਨੂੰ ਮੋਢਾ ਲਾਇਆ। ਕੀਰਤਨ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਔਰ ਆਪ ਸਾਰੀ ਕਿਰਿਆ ਪਾਤਸ਼ਾਹ ਨੇ ਕੀਤੀ। ਜੋ ਮਹਾਰਾਜ ਦੇ ਧੜ ਦਾ ਸੰਸਕਾਰ ਹੈ, ਇਹ ਭਾਈ ਲੱਖੀ ਸ਼ਾਹ ਬਣਜਾਰਾ, ਉਹਨਾਂ ਨੂੰ ਇਹ ਸੇਵਾ ਮਿਲੀ ਔਰ ਉਹਨਾਂ ਨੇ ਮਹਾਰਾਜ ਦੇ ਧੜ ਦੀ ਜੋ ਸੇਵਾ ਹੈ ਉਸ ਸਥਾਨ ਤੇ ਗੁਰੂ ਮਹਾਰਾਜ ਨੇ ਜੋ ਰਕਾਬਗੰਜ ਹੈ, ਇਹ ਸੇਵਾ ਉਹਨਾਂ ਨੇ ਨਿਭਾਈ ਹੈ। ਇਹ ਸੁਭਾਗਾ ਸਮਾਂ ਉਹਨਾਂ ਪ੍ਰੇਮੀਆਂ ਨੂੰ ਮਿਲਦਾ। ਸੰਕਟ ਦੇ ਸਮੇਂ ਵਿੱਚ ਇਹ ਸੇਵਾ ਕਰਨੀਆਂ ਬੜੀਆਂ ਕਠਿਨ ਆ, ਪਰ ਜਿਨ੍ਹਾਂ ਦੇ ਸੀਸ ਦੇ ਉੱਤੇ ਗੁਰੂ ਮਹਾਰਾਜ ਦੀ ਮਿਹਰ ਦਾ ਹੱਥ ਹੈ ਔਰ ਮਹਾਰਾਜ ਦੇ ਨਾਲ ਅੰਦਰਲਾ ਗੂੜਾ ਪਿਆਰ ਆ, ਉਹ ਫਿਰ ਦੁੱਖਾਂ ਦੀ ਸੰਕਟਾਂ ਦੀ ਪਰਵਾਹ ਨਹੀਂ ਕਰਦੇ, ਸੇਵਾ ਨਿਭਾਉਂਦੇ ਹਨ। ਔਰ ਭਾਈ ਜੈਤਾ ਜੀ ਦੀ ਯਾਦ ਵਿੱਚ ਉਹਨਾਂ ਦਾ ਜੋ ਜਨਮ ਨਗਰ ਗਗੋਮਾਲ ਹੈ, ਉੱਥੋਂ ਸੰਗਤਾਂ ਇਹ ਨਗਰ ਕੀਰਤਨ ਲੈ ਕੇ ਸੀਸਗੰਜ ਸਾਹਿਬ ਵਿਖੇ ਪਹੁੰਚਦੀਆਂ। ਸੋ ਉਸ ਯਾਦ ਵਾਸਤੇ ਵੀ ਇਸ਼ਾਰਾ ਬਾਬਾ ਜੀ ਨੇ ਦਿੱਤਾ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਕੈਸੇ ਗੁਰ ਸਿੱਖਿਆ ਇੱਕ ਦੂ ਇੱਕ ਚੜਾਉਂਦੀ ਆ, ਕੌਣ ਜਾਣਾ ਮੇਰਾ ਨਾਉ। ਉਹਨਾਂ ਗੁਰਸਿੱਖਾਂ ਤੋਂ ਬਾਰੇ ਬਾਰੇ ਜਾਈਏ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਪਿਆਰ ਵਿੱਚ ਸਰਬੰਸ ਦਾਨ ਵੀ ਦਿੱਤੇ ਆ। ਦੂਸਰਾ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਹੈ, ਉਹ ਵੀ ਸੰਗਤਾਂ ਧੂਮ-ਧਾਮ ਨਾਲ ਮਨਾ ਰਹੀਆਂ। ਉਸ ਸੰਬੰਧ ਵਿੱਚ ਵੀ ਸਮਾਗਮ ਚਲਾ ਰਹੇ ਹਨ, ਕਿਉਂਕਿ ਰਾਮਸਰ ਸਾਹਿਬ ਇਹ ਸਰੂਪ ਨੂੰ ਮਹਾਰਾਜ ਨੇ ਤਿਆਰ ਕੀਤਾ ਔਰ ਦਰਬਾਰ ਸਾਹਿਬ ਵਿਖੇ 1661 ਸੰਮਤ ਵਿੱਚ ਨਗਰ ਕੀਰਤਨ ਕਰਦਿਆਂ ਤੇ ਪ੍ਰਕਾਸ਼ਮਾਨ ਕੀਤੇ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਦੀ ਤਾਬਿਆ ਦੀ ਸੇਵਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ। ਇਹ ਜੋ ਸਰੂਪ ਹੈ, ਭਾਵੇਂ ਸਾਰੀ ਬਾਣੀ ਦੀ ਸੰਪਾਦਨਾ ਸ੍ਰੀ ਰਾਮਸਰ ਸਾਹਿਬ ਹੋਈ ਹੈ, ਸੁਖਮਨੀ ਸਾਹਿਬ ਦੀ ਬਾਣੀ ਵੀ ਇੱਥੇ ਚਾਰੀ ਹੈ, ਅੰਮ੍ਰਿਤਸਰ ਸਾਹਿਬ ਇਹ ਸਰੂਪ ਤਿਆਰ ਹੋਇਆ, ਪਰ ਇਹ ਜੋ ਸਰੂਪ ਹੈ ਇਹਨੂੰ ਹੁਣ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਨਾਮ ਨਾਲ ਚੇਤੇ ਕੀਤਾ ਜਾਂਦਾ ਹੈ, ਕਿਉਂਕਿ ਇਸ ਵੇਲੇ ਇਹ ਸਰੂਪ ਧੀਰਮਲੀਆਂ ਦੇ ਪਾਸ ਹੈ। ਦੂਸਰਾ ਸਰੂਪ ਹੈ, ਜਦੋਂ ਇਹਦੀ ਜਲਦ ਤਿਆਰ ਕਰਨ ਵਾਸਤੇ ਭਾਈ ਬੰਨੋ ਜੀ ਤਥਾ ਹੋਰ ਗੁਰਸਿੱਖਾਂ ਦੀ ਸੇਵਾ ਲਾਈ, ਉਹਨਾਂ ਨੇ ਇਸ ਸਰੂਪ ਦਾ ਦੂਸਰਾ ਅਤਾਰਾ ਕੀਤਾ। ਉਹਦੇ ਵਿੱਚ ਕੁਝ ਸ਼ਬਦ ਜਿਸ ਤਰ੍ਹਾਂ ਰਣ ਝੁੰਝਣ ਲਾ ਗਾਓ ਸਖੀ ਇੱਕ ਪੰਕਤੀ ਲਈ ਹੈ, ਉਹ ਸੰਪੂਰਨ ਲਿਖਿਆ। ਛਾੜ ਮਨ ਹਰ ਮੁਖਨ ਕੋ ਸੰਗ ਇੱਕ ਪੰਕਤੀ ਹੈ, ਇਹ ਵੀ ਪੂਰਾ ਸ਼ਬਦ। ਤੇ ਹੋਰ ਵੀ ਬਾਣੀਆਂ ਵਿੱਚ ਉਹਨਾਂ ਨੇ ਦਰਜ ਕੀਤੀਆਂ। ਮਹਾਰਾਜ ਨੇ ਕਿਹਾ ਤੁਸੀਂ ਇਹ ਵਿੱਚ ਖਾਰ ਪਾ ਦਿੱਤੀ ਹੈ, ਉਸ ਬੀੜ ਨੂੰ ਖਾਰੀ ਬੀੜ ਕਹਿੰਦੇ ਆ। ਮੰਗਟ ਉਹਨਾਂ ਦਾ ਪਿੰਡ ਸੀ, ਉਹਨਾਂ ਦੇ ਉਹ ਜੋ ਬੰਸਜ ਆ
ਉਹਨਾਂ ਦੇ ਪਾਸ ਉਹ ਸਰੂਪ ਹੈ। ਤੀਸਰਾ ਸਰੂਪ ਹੈ ਜਦੋਂ ਮਹਾਰਾਜ ਜੀ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ 9ਵੇਂ ਪਾਤਸ਼ਾਹ ਦੀ ਬਾਣੀ ਤੇ ਸ਼ਲੋਕ ਦਰਜ ਕਰਕੇ ਉੱਥੇ ਆਪ ਆਪਣੇ ਮੁਖਾਰਬਿੰਦ ਤੋਂ ਬਾਣੀ ਦੇ ਅਰਥ ਪੜ੍ਹਾਏ। ਪਹਿਲੇ ਸਰੂਪ ਦੀ ਲਿਖਣ ਦੀ ਸੇਵਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਮਿਲੀ ਹੈ। ਇਸ ਸਰੂਪ ਦੀ ਸੇਵਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਪ੍ਰਾਪਤ ਹੋਈ ਹੈ। ਉੱਥੇ ਫਿਰ ਇਹ ਟਕਸਾਲਾਂ ਸੰਪਰਦਾ ਬਾਣੀ ਦਾ ਜੋ ਬ੍ਰਹਮ ਵਿਦਿਆ ਦਾ ਅਰਥ ਵਿਚਾਰ ਆਰੰਭ ਹੋਈਆਂ। ਔਰ ਜੋ ਮਹਾਨ ਕੋਸ਼ ਹੈ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ, ਇਹਦੇ 620 ਪੰਨੇ ਤੇ ਉਹ ਸਾਰਾ ਪ੍ਰਕਰਨ ਲਿਖਿਆ ਹੋਇਆ। ਤੇ ਅੱਜ ਕੱਲ੍ਹ ਕੁਝ ਲੋਕ ਐਸਾ ਪ੍ਰਚਾਰ ਕਰਦੇ ਆ ਵੀ ਟਕਸਾਲ ਅੱਖਰ ਪਹਿਲਾਂ ਨਹੀਂ ਸੀ। ਸ੍ਰੀ ਜਪਜੀ ਸਾਹਿਬ ਦੇ ਅੰਦਰ ਹੀ ਮਹਾਰਾਜ ਨੇ ਜੋ ਸ੍ਰੀ ਜਪਜੀ ਸਾਹਿਬ ਦੀ ਸੰਪੂਰਨਤਾ ਦੀ ਪੌੜੀ ਹੈ, ਜਤ ਪਹਾਰਾ ਧੀਰੇ ਸੁਨਿਆਰ ਐਹਰਨ ਮਤ ਵੇਦ ਹਥਿਆਰ ਪਉ ਖਲਾ ਅਗਨ ਤਪਤਾਓ ਭਾਂਡਾ ਪਉ ਅੰਮ੍ਰਿਤ ਢਾਲ ਖੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਸਲੋਕ ਵਿੱਚ ਬਾਣੀ ਦਾ ਫਲਾਦੇਸ਼ ਮਹਾਤਮ ਦੱਸਿਆ। ਟਕਸਾਲ ਦਾ ਅਖਰੀ ਅਰਥ ਇਹ ਹੈ, ਪੁਰਾਣੇ ਜਿਹੜੇ ਰਾਜੇ ਸੀ ਅੱਜ ਵੀ ਹੈ, ਸਿੱਕੇ ਜਿਹੜੇ ਆ ਉਹਨਾਂ ਦੀ ਬਦਲੀ ਹੁੰਦੀ ਰਹਿੰਦੀ ਹੈ। ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ ਤੇ ਤਾਂਬੇ ਦੇ ਪੈਸੇ, ਇਹਦੇ ਵਿੱਚੋਂ ਸਤੋ ਰਜੋ ਭਾਵ ਮੰਨਦੇ ਸੀ ਰਾਜੇ ਲੋਕ, ਸ਼ਾਸਤਰੀ ਲੋਕ ਸੀ ਵਿਚਾਰ ਵਾਲੇ। ਤਾਂਬਾ ਤਮੋਗੁਣ ਤੇ ਰਜਤ ਰਜੋਗੁਣ, ਰਜਤ ਚਾਂਦੀ ਨੂੰ ਕਹਿੰਦੇ, ਸੋਨਾ ਸਤੋਗੁਣ। ਉਹਨਾਂ ਦਾ ਜਿਹੜਾ ਹਰ ਭਾਵ ਸੀ ਇਹ ਮਾਇਆ ਦੇ 3 ਗੁਣ ਤੇ ਰੁਪਈਆ ਮਾਇਆ ਵਿੱਚ, ਇਸ ਕਰਕੇ ਸਿੱਕੇ ਇਸ ਤਰ੍ਹਾਂ ਬਣਾਏ ਜਾਂਦੇ ਸੀ। ਹੁਣ ਕੋਈ ਸ਼ਾਸਤਰੀ ਵਿਚਾਰ ਰਹੇ ਨੇ, ਆਪੋ ਆਪਣੇ ਢੰਗ ਨਾਲ ਸਾਰਾ ਚਲਾ ਰਿਹਾ, ਪਰ ਉਦੋਂ ਬੜੇ ਉਹ ਮਹਾਂਪੁਰਖਾਂ ਦੇ ਸੰਗੀ ਹੁੰਦੇ ਸੀ, ਉਹਨਾਂ ਨੂੰ ਵਿਚਾਰ ਹੁੰਦੀ ਸੀ, ਵਿਵੇਕ ਬੁੱਧੀ ਦੇ ਨਾਲ ਸਾਰਾ ਕਾਰਜ ਕਰਦੇ ਸੀ। ਇਹ ਤ੍ਰਿਗੁਣ ਆਤਮਕ ਮਾਇਆ, ਇਹਦੇ 'ਚ ਮਨੁੱਖਾਂ ਦਾ ਵੀ ਇਸ ਤਰ੍ਹਾਂ ਹੀ ਆ, ਕੋਈ ਤਮੋ ਗੁਣੀ ਆ, ਕੋਈ ਰਜੋ ਗੁਣੀ ਆ, ਕੋਈ ਸਤੋ ਗੁਣੀ ਆ। ਜਿਹੜੇ ਨਾਮ ਬਾਣੀ ਦਾ ਅਭਿਆਸ ਕਰਕੇ 3 ਗੁਣਾਂ 'ਚੋਂ ਨਿਕਲ ਜਾਂਦੇ ਆ, ਉਹ ਤੁਰੀਆ ਜਿਹੜਾ ਚੌਥਾ ਪਦ ਵੀ ਹੈ, ਗਿਆਨ ਭੂਮਿਕਾ, ਮੋਕਸ਼ ਪਦ, ਨਿਰਵਾਣ ਪਦ, ਉਹਨੂੰ ਪ੍ਰਾਪਤ ਕਰਦੇ ਆ। ਸੋ ਇਸ ਵਾਸਤੇ ਇਹਨਾਂ 3 ਤਰ੍ਹਾਂ ਦੇ ਮਨੁੱਖਾਂ ਦੀ ਘਾੜਤ ਕਰਨ ਵਾਸਤੇ, ਜਿਵੇਂ ਰੁਪਈਏ ਮੋਹਰਾਂ ਜਾਂ ਪੈਸੇ, ਇਹਨਾਂ ਦੀ ਘਾੜਤ ਲਈ ਉਹ ਸੰਚਾ ਟਕਿਆਂ ਦਾ ਸਾਲ ਘਰ ਬਣਾਇਆ ਜਾਂਦਾ, ਡਾਈ ਬਣਾਈ ਜਾਂਦੀ। ਇਸੇ ਤਰ੍ਹਾਂ ਮਨੁੱਖ ਦੇ ਜੀਵਨ ਦੀ ਘਾੜਤ ਘੜਨ ਲਈ ਵੀ, ਚਾਹੇ ਉਹ ਤਮੋਗੁਣੀ ਆ, ਰਜੋਗੁਣੀ ਆ, ਸਤੋਗੁਣੀ ਆ, ਤਮੋਗੁਣ ਨੂੰ ਰਜੋਗੁਣ ਦੁਆਰਾ ਦਬਾਉਣਾ, ਰਜੋਗੁਣ ਨੂੰ ਸਤੋਗੁਣ ਦੁਆਰਾ। ਸਤੋਗੁਣ ਆ ਗਿਆ ਅੱਗੇ ਫਿਰੇ ਤੁਰਿਆ ਪਦ ਹੁੰਦਾ, ਕਿਉਂਕਿ ਜਾਗਰਤ ਸੁਪਨ ਸੁਖੋਪਤ ਤੁਰਿਆ ਆਤਮ ਭੂਪਤ ਕੀਜੇ ਪੁਰਿਆ। ਜਾਗਰਤ ਅਵਸਥਾ ਸੁਪਨਿਆ ਤੇ ਸੁਖੋਪਤੀ ਹੈ। ਇਸ ਤੋਂ ਅੱਗੇ ਚੌਥੀ ਅਵਸਥਾ ਤੁਰਿਆ ਹੈ, ਜਿੱਥੇ ਆਤਮਾ ਰੂਪੀ ਭੂਪਤ ਰਾਜਾ ਨਿਵਾਸ ਕਰ ਰਿਹਾ, ਜਾਂ ਭੂਮਾ ਉਹ ਬ੍ਰਹਮ ਨਿਵਾਸ ਕਰ ਰਿਹਾ, ਉਸ ਨੂੰ ਤੁਰਿਆ ਅਵਸਥਾ। ਕਿਉਂਕਿ ਤੁਰਿਆ ਅਵਸਥਾ ਸਤਿਗੁਰ ਤੇ ਜਾਣ, ਇਹ ਗੁਰੂ ਦੁਆਰਾ ਜਾਣੀ ਜਾਂਦੀ ਹੈ। ਇਹ 3 ਅਵਸਥਾ ਵਿੱਚ ਤਾਂ ਸਾਰਾ ਸੰਸਾਰ ਵਿਚਰ ਰਿਹਾ ਨਾ। ਤੁਰਿਆ ਅਵਸਥਾ ਜਿਹੜੀ ਹੈ ਇਹ ਸਤਿਗੁਰਾਂ ਦੁਆਰਾ ਜਾਣੀ ਜਾਂਦੀ ਹੈ, ਤੇ ਗਿਆਨਵਾਨ ਲੋਕ ਇਸ ਅਵਸਥਾ ਵਿੱਚ ਵਿਚਰਦੇ ਆ।
इस वास्ते शब्द की भी टकसाल है। शब्द बाणी द्वारा इंसान के जीवन की जिहड़ी घाड़त है वो घड़ी जाती है। तो इस वास्ते इसनूं भी टकसाल शब्द की टकसाल कहा। हुण शब्द की शुद्धता वास्ते कि वह शुद्ध ना होवे ते गुरु महाराज ने ये टकसाल आरंभ की है। आप अपने मुखारबिंद तो किरपा की ते विद्यार्थी ब्रह्म विद्या नूं पढ़दे पढ़ाउंदे अगाहां वो संपरदा का मतलब संगम ने विशेष करके जिहड़ी परंपरागत कोई अनादि काल तो चीज़ आवे उन्होंने संपरदा कह दिंदे। टकसाल का अर्थ आप जी ने सुने लिया। सो इस वास्ते हुण जिवें असीं परंपरागत संसार ते आ रहे हैं, हर एक दा पिता आ, उहदे दादे पड़दादे कोई ना कोई है ना लड़ी वंश की भी परंपरा तुरी आउंदी। इस तरह जिहड़ी गुरसिखां दी परंपरा है, जथेबंदियां ये भी संपरदावां है। ये जिहड़ियां साधुआं दी 35 संपरदावां है। कोई 6वें पातशाह तो चल रही, 7वें तो भी हैगियां, 9वें तो, 10वें तो, पहले गुरु साहिबां तो भी ये परंपरागत तो तुरियां आउंदियां। सो जिहड़े हुण इतिहास नहीं पढ़ते उन्होंने ये बारे ज्ञान नहीं, वो फिर आलोचना शुरू कर देंगे। एक दिन वो काफ़ी ज्ञानी आ गए, वो विचार हो जो दसिया, कहते जी सानू पता ही नहीं। मैं कहा तुसीं अज दीयां किताबां पढ़दे हो, पुराने जिहड़े ग्रंथ वो पढ़ते नहीं। जे पढ़ो तो फिर इन्हां बारे बोध हुंदा। ये मनुष्यां ने नहीं चलाइयां, इन्होंने गुरु महाराज आप चला के गए। जिस तरह कोई देश है, राज है, उन्होंने चलाने वास्ते कोई कॉन्स्टिट्यूशन विधान बनाना पैंदा। इस तरह सारा प्रबंध चलता है। हुण रोड ते चलते हैं, ट्रैफिक नियम भी है, लाल बत्ती है, पीली है, हरी है। हुण इह भी रजो सतो तमो ही। जिहड़ी लाल है वो रेड अलर्ट किया, पीली पे सावधान हो जाओ, हुण हरी बत्ती आ जानी, राह साफ है। जे नियम की उलंघना करके जावांगे अपना भी दूसरे का भी सवारी का भी नुकसान होएगा। इस तरह संसार नूं मर्यादा विच रखण वास्ते गुरु महाराज ने ये संप्रदावां टकसालां चलाइयां, नियम उपनियम बनाए है। क्योंकि जिहड़े अवतार है वो युगां विच आउंदे आ, ते जिहड़ी गाह मर्यादा उन्होंने अपने जीवन काल विच महापुरख जिहड़े है उन्होंने वो ज्ञान की रोशनी दे के तैयार किया। धन गुरु नानक साहब, बाबा बुढ़ा साहब, भाई सधारण, भाई भगीरथ, किन्ने गुरसिख होए। गुरु अंगद साहब वेले गुरु अमरदास जी ने 22 मंजियां, 72 पीढ़े। इस तरह सारे गुरु साहिबां ने समय समय के नाल वो जिहड़े गुरसिख सी, महापुरख से, उन्होंने तैयार किया कि जिहड़ा साडा सिद्धांत है इहदा प्रचार सातों बाद भी होंदा रहे। ये सेवा सारी टकसालां दे संपरदावां दे जिम्मे लाई, पिछे भी करते रहे, हुण भी ते गां भी चल रहा। सेवा दी भी, सिमरन दी, कुर्बानी दी, परोपकार दी, ते जिहड़ी ब्रह्म विद्या इहदी सेवा भी महापुरखां नूं ये मिली है, वो चल चला रहा। समय दा नाल कुछ व्यक्तियां ने अपने ढंग नाल वो पुरानियां जिहड़ियां गुरु महाराज ने आप मर्यादा बनाईयां उन्होंने अपनी इच्छा नूं बदलिया, उस ढंग नाल चलना चलाउंदे ये औखा ते आ सौखा। पर जो गुरु महाराज आप मर्यादा बना के गए है, उस मर्यादा विच चलण नाल गुरु महाराज की प्रसन्नता और खुशी है।
ਅੱਜ ਇਹ ਬੜਾ ਪ੍ਰਚਾਰ ਹੋ ਰਿਹਾ ਕਿ ਮਹਾਰਾਜ ਵੇਲੇ ਅਖੰਡ ਪਾਠ ਸਾਹਿਬ ਨਹੀਂ ਹੋਇਆ। ਪਰ ਜੇ ਹੁਣ ਮੁਕਤ ਮਾਰਗ ਸਾਡੇ ਕੋਲ ਹੱਥਾਂ ਦੇ ਲਿਖੇ ਹੋਏ ਮੌਜੂਦ ਪਏ, ਉਹਦੇ ਸਹਿਜ ਪਾਠ ਦਾ ਵੀ, ਸੰਪਟ ਪਾਠਾਂ ਦਾ, ਸਪਤਾਹ ਪਾਠਾਂ ਦਾ, ਅਖੰਡ ਪਾਠਾਂ ਦੇ, ਦੂਸਰੀਆਂ ਬਾਣੀਆਂ ਦੇ ਸਾਰੇ ਨਿਯਮ ਜਿਹੜੇ ਆ ਉਹ ਭਾਈ ਸਾਹਿਬ ਭਾਈ ਦਇਆਲ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਤੇ ਗੁਰੂ ਮਹਾਰਾਜ ਨੇ ਉਹ ਬਖਸ਼ਿਸ਼ ਕੀਤੀ। ਇਹ ਦੋ ਧਰਮ ਸ਼ਾਸਤਰ ਸੀਗੇ, ਇੱਕ ਮੁਕਤ ਮਾਰਗ, ਇੱਕ ਸ਼ਰਧਾਪੁਰ। ਉਹ ਮੁਕਤ ਮਾਰਗ ਮਹਾਂਪੁਰਖਾਂ ਕੋ ਮਿਲਦਾ ਪੁਰਾਣੇ ਹੱਥ ਲਿਖ, ਇਹ ਸ਼ਰਧਾਪੂਰਨ ਪ੍ਰੈਸਾਂ 'ਚ ਆ ਗਿਆ। ਇਹਨੇ ਆਪਣੇ ਢੰਗ ਨੂੰ ਸਾਰਾ ਕੁਛ ਤੋੜ ਮਰੋੜ ਦਿੱਤਾ। ਸੋ ਪਹਿਲਾ ਜਿਹੜਾ ਅਖੰਡ ਪਾਠ ਹੈ, ਇਹ ਦਸਮ ਪਾਤਸ਼ਾਹ ਦੇ ਅਵਤਾਰ ਧਾਰਨ ਤੋਂ ਪਹਿਲਾਂ ਮਾਤਾ ਜੀ ਦੀ ਬੇਨਤੀ ਤੋਂ, ਧੰਨ ਧੰਨ ਜਗਤ ਮਾਤਾ ਨਾਨਕੀ ਜੀ, ਕਿ ਮੈਂ ਪੋਤਰੇ ਦਾ ਦਰਸ਼ਨ ਕਰਨਾ ਚਾਹੁੰਦੀ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਸੀ, ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਜਾਪ ਸਰਵਣ ਕਰਨਾ ਪਏਗਾ। ਆਪਾਂ ਤਾਂ ਸੁਖਣਾ ਸੁਖਦੇ ਨਾ, ਕੋਈ ਪੁੱਤ ਪੋਤਾ ਹੋਵੇ ਫੇਰ ਪਾਠ ਕਰਾਵਾਂਗੇ, ਤੇ ਮਹਾਰਾਜ ਨੇ ਪਹਿਲਾਂ ਹੁਕਮ ਲਾਇਆ, ਫਿਰ ਅਰਦਾਸ ਕਰਾਂਗੇ। ਤੁਹਾਡੇ ਸਧਾਰਨ ਵਿਅਕਤੀ ਨੇ ਨਹੀਂ ਆਉਣਾ, ਦੁਸ਼ਟ ਦਮਨ ਜੀ ਨੇ ਅਵਤਾਰ ਧਾਰਨਾ। ਮਾਤਾ ਜੀ ਹੁਣ ਭਾਵੇਂ ਉਮਰ 85 ਸਾਲ ਬਿਰਧ ਸੀ, ਕਹਿੰਦੇ ਜੀ ਸਤ ਵਚਨ, ਇਹ ਇਲਾਹਾਬਾਦ ਦੀ ਪਾਵਨ ਧਰਤੀ ਤੇ ਕਰਤਾਰਪੁਰ ਸਾਹਿਬ ਸਰੂਪ ਦੇ ਆਧਾਰ ਤੇ ਹੋਇਆ। ਔਰ ਮਤੀ ਦਾਸ, ਸਤੀ ਦਾਸ, ਦਿਆਲ ਦਾਸ ਔਰ ਬਾਬਾ ਗੁਰਦਿੱਤਾ, ਬਾਬੇ ਬੁੱਢੇ ਦੀ ਅੰਸ਼ ਤੇ ਬਾਬਾ ਉਹਦਾ ਜੀ, ਇਸ ਤਰ੍ਹਾਂ ਦੇ ਜਿਹੜੇ ਗਿਆਨਵਾਨ ਲੋਕ ਆ, ਤੇ ਨਾਲ ਸ੍ਰੀ ਜਪਜੀ ਸਾਹਿਬ ਮੂਲ ਮੰਤਰ ਦਾ ਜਾਪ, ਜੋ ਮਰਜ਼ਾਦਾ ਮਹਾਂਪੁਰਖਾਂ ਨੇ ਗੁਰਬਾਣੀ ਪਾਠ ਦਰਸ਼ਨ 'ਚ ਵੀ, ਦਰਪਣ 'ਚ ਵੀ ਲਿਖੀ ਹੋਈ ਹੈ, ਵਿਧੀ ਨਾਲ ਹੋਇਆ। ਤੇ ਦੂਸਰਾ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਮਦਮਾ ਸਾਹਿਬ ਤਿਆਰ ਕੀਤਾ, ਮਹਾਰਾਜ ਨੇ ਕਥਾ ਦੀ ਆਰੰਭਤਾ ਤੋਂ ਪਹਿਲਾਂ ਵੀ ਅਖੰਡ ਜਾਪ ਹੋਇਆ, ਤੇ ਜਦੋਂ ਕਥਾ ਸੰਪੂਰਨ ਹੋਣੀ ਸੀ ਉਦੋਂ ਵੀ ਅਖੰਡ ਜਾਪ ਹੋਇਆ। ਉਹ ਦਮਦਮੀ ਬੀੜ ਦੇ ਆਧਾਰ ਤੇ ਹੋਇਆ। ਦਮਦਮੀ ਬੀੜ ਤਾਂ ਕਹਿੰਦੇ ਆ ਕਿਉਂਕਿ ਦਮਦਮਾ ਸਾਹਿਬ ਰਚਨਾ ਹੋਈ, ਤੇ ਇਸ ਕਰਕੇ ਉੱਥੋਂ ਟਕਸਾਲਾਂ ਚਲੀਆਂ ਕਰਕੇ ਟਕਸਾਲਾਂ ਨੂੰ ਦਮਦਮੀ ਟਕਸਾਲ ਕਹਿੰਦੇ ਆ। ਗੱਜ ਕੇ ਬੋਲੋ। ਸੋ ਇਹ ਮਹਾਰਾਜ ਨੇ ਆਪ ਜਿਹੜੀ ਮਰਜ਼ਾਦਾ ਚਲਾਈ ਹੈ। ਸੋ ਅੱਜ ਹੁਣ ਅਸੀਂ ਆਪਣੇ ਢੰਗਾਂ ਦੇ ਨਾਲ ਕਿੰਤੂ ਪਰੰਤੂ ਕਰਦੇ ਹਾਂ। ਜੇ ਕਿਤੇ ਸ੍ਰੀ ਜਪਜੀ ਸਾਹਿਬ ਹੁੰਦਾ, ਕਹਿੰਦੇ ਮਨ ਮਤਿਆ, ਤੇ ਜੇ ਜਪਜੀ ਸਾਹਿਬ ਪੜ੍ਹਨਾ ਮਨ ਮਤਿਆ, ਫਿਰ ਗੁਰਮਤਿ ਕਿਹੜੀ ਚੀਜ਼ ਦਾ ਨਾਂ ਰੱਖੂਗੇ? ਪਾਤਸ਼ਾਹ ਦਾ ਤਾਂ ਹੁਕਮ ਹੈ। ਭਾਈ ਸਾਹਿਬ ਨੇ ਵੀ ਲਿਖਿਆ ਗਰਭ ਗੰਜਨੀ 'ਚ, ਸਿੱਖ ਗੁਰੂ ਕਾ ਹੋਏ ਗਇਓ, ਜਪ ਜੀ ਕੰਠ ਨਾ ਕੀਨ, ਤੰਦਲ ਬਿਨ ਤੁਖ ਕਾਮ ਕੇ ਤੈਸੇ ਸਿੱਖੋ ਜੀ। ਇਹ ਜਪ ਕਰਤੇ ਪੁਰਖ ਧੁਰੋਂ ਹੋਆ ਫਰਮਾਨ, ਜਗਤ ਆਧਾਰਨ ਕਾਰਨੇ ਸਚ ਨਾਨਕ ਕੀਆ। ਸਿੱਖ ਦਾ ਹਰ ਕਾਰਜ ਸ੍ਰੀ ਜਪਜੀ ਸਾਹਿਬ ਦੁਆਰਾ ਆਰੰਭ ਹੁੰਦਾ ਤੇ ਆਨੰਦ ਸਾਹਿਬ ਦੁਆਰਾ ਸੰਪੂਰਨ ਹੁੰਦਾ। ਤੇ ਹੁਣ ਸਾਨੂੰ ਜਪਜੀ ਸਾਹਿਬ ਪੜ੍ਹਨ ਤੋਂ ਵੀ ਬੜੀ ਅਲਰਜੀ ਹੋਣ ਲੱਗ ਗਈ। ਹੁਣ ਤਾਂ ਸਹਿਜ ਪਾਠ ਤੋਂ ਵੀ ਕਹਿੰਦੇ ਸੁਖਮਨੀ ਸਾਹਿਬ ਕਰਕੇ ਭੋਗ ਪਾ ਲਓ। ਹੌਲੀ ਹੌਲੀ 5 ਵਾਰੀ ਮੂਲ ਮੰਤਰ ਪੜ੍ਹ ਲਿਆ ਕਿ ਟਾਈਮ ਘੱਟ, ਸਾਡੀ ਹਾਲਤ ਇਹ ਬਣਦੀ ਜਾਂਦੀ। ਆਮ ਪ੍ਰਚਾਰ ਆ ਕਿ ਸਹਿਜ ਪਾਠ ਕਰੋ, ਸਹਿਜ ਪਾਠ ਕਰਨਾ ਚਾਹੀਦਾ, ਪਰ ਜਦ ਤੱਕ ਸੰਥਾ ਨਹੀਂ ਕਰਦੇ ਸਹਿਜ ਪਾਠ ਕਿਵੇਂ ਕਰਾਂਗੇ? ਕਿਉਂਕਿ ਬਾਣੀ ਦੇ ਇੰਨੇ ਭੇਦ ਆ, ਪਾਠਾਂ ਦੇ ਉਚਾਰਨ ਦੇ ਢੰਗ ਆ, ਕੁੰਡੀਆਂ ਜਿਹੜੀਆਂ ਹੈਗੀਆਂ, ਜਿਹੜੇ ਨਿਯਮਾਂ ਸੰਪਰਦਾਵਾਂ ਦੇ, ਉਹ ਬਿਨਾਂ ਸੰਥਿਆ ਤੋਂ ਕਿਵੇਂ ਸਮਝ ਆਉਣਗੇ?
और जमकियाँ ठमकियाँ विश्राम अर्ध विश्राम जो भी है संथ्या करनी पैंदी है। हुण असीं संत महाराज तो संथ्या कीती ते 2 पक्के अंग पढ़ाने ते 50 वारी पढ़ने। पाठ जबानी बहुत चेते हो जाता ते चलंत भी हो जाता। पुराने जिन्ने भी टकसालां दे विद्यार्थी उन्होंने यही नियम सी। ते श्रीमान संत ज्ञानी गुरबचन सिंह जी भावें किन्नी किरपा सी 5 पक्के महाराज दे अंग जड़े सी 5 वारी रोज पढ़ते सी। 5 वारी रोज 25 बन गए ना। तो बाणी कंठ रही है, शुद्ध भी रही है। तो जे जवानी ज़्यादा पढ़ो किते किते गुटके ते भी नहीं लगा मात्रा च फिर अशुद्धियां होने लग जानियां। सो इस वास्ते अज इस तरह का जड़ा वो प्रचार है लोगों च बड़ी दुविधा नूं पैदा कर दिंदा है। पर जो पुरातन मर्यादा जिन्ने निर्मले संत्या उदासी साधु निहंग सिंह जिन्नियां पुरानियां जथेबंदियां उन्हां जो पाठां की परंपरा इस तरह चली आ रही है, इस तरह चलती रहनी है। क्योंकि जे तो सतगुरु जी की खुशी लैनी है तो जो महाराज मर्यादा चला के गए फिर उहदे विच ही खुशी है। ते नाले बाणी जिन्नी वध पढ़ी जाए उहदा लाहा ही है। सो हुणे बाबा गुरदेव सिंह जी ने इस स्थान बारे के पहली बारी आए हैं। इत्थे सारे सिंह सुलझे हुए। दास ने पहला 5.5 महीने इत्थे कथा की सी 1988 ते सारी मर्यादा पुरातन चल रही है और सारे शरदा भगती वाले ते शरदा दे बेड़े पार है। शरदावान लभते ज्ञान संजत अंदर जेड़े शरदावान पुरख है उन्होंने ज्ञान की प्राप्ति होंदी है जिन्होंने अपने मन बुद्धि इंद्रियां ते काबू पाया हुआ। इस वास्ते साध संगत जी ये भी बेनती तां कीती जिवें साडे हुण नवें बच्चे है जदों वो कथा विचार सुनते हैं सानू बड़े प्रश्न करते चले इधर आईदा पढ़े लिखे नेटां ते बहुत कुछ आ कहा सी इसने आ कहा वो दुविधा च पै जाता। जदों इंसान दुविधा च पै गया पातशाह कहते दुविधा विच बैराग न होवे जब लग दूजी राय। फिर बैराग तो खत्म हो गया, शंका पैदा हो गई ते संशय आत्मा बनश्यति जिहदे अंदर संशय पैदा हो गया वह नष्ट भ्रष्ट हो गया। ये मार्ग सारा शरदा और भगती का है। सो इस वास्ते प्रेमियों गुरु ग्रंथ साहब महाराज आए पहले प्रकाश का चल रहा। सो इन्हां स्वरूपों तो वे बेअंत अतारे हुए है ते जिहड़ा स्वरूप दमदमी बीड़ है हजूर साहब महाराज ने जाके ज्योति जोत समाउण तो 4 दिन पहला गुरता गद्दी बख्शी है। 4 दिन पहला ते जिहड़ा नरवद सिंह पाटिया उहदी बही विच सारे बचन लिखे ते अजकल कई ये करते हैं शंका गद्दी नहीं दिती उस वेले सारा विच लिखा है वो नाल ये भी शंके कई ऐसे करते हैं। सो इस वास्ते फिर उत्थे महाराज दे ज्योति जोत समाउण दा भी लिखिया। ये भी बड़ा प्रचार हो रहा कि महाराज संदेह ही नहीं गए क्योंकि वह महाराज नूं 5 तत्तां दा शरीर समझदे। जेड़े अवतार लोग हुंदे आ उन्हां दा शुद्ध सतोवंश माया तो जग दे भले वास्ते सरगुण स्वरूप धारिया हुंदा, जोत स्वरूप हुंदे आ। साडे वांगू नहीं, असीं तमोगुण प्रधान अविद्या तो साडा जन्म है। कर्मां धर्मां दे लेखे हिसाब किताब देण लई वो तो प्रगट होंदे। सो इस वास्ते
ਹੁਣ ਇਹ ਜਿਹੜੇ ਲੋਕ ਇਹ ਸ਼ੰਕਾਵਾਦੀ, ਹੁਣ ਭਾਈ ਸੋਭਾ ਸਿੰਘ ਨੇ ਗੁਰ ਸੋਭਾ ਗ੍ਰੰਥ ਲਿਖਿਆ, ਉਹਦੇ 'ਚ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਲਿਖਿਆ। ਕਿਤੇ ਦਿਵਸ ਬੀਤੇ ਸਮਾਂ ਅੰਤ ਆਇਓ, ਕਹਿੰਦੇ ਕਾਫੀ ਦਿਨ ਬਤੀਤ ਹੋ ਗਏ, ਸੋਚ ਕੌਤਕ ਕਰਦੇ ਹਾਂ, ਜੋਤੀ ਜੋਤ ਸਮਾਉਣ ਦਾ ਦਿਨ ਆ ਗਿਆ। ਕਿਤੇ ਕਿਹਾ ਵੀ ਮਹਾਰਾਜ ਨੇ ਸਰੀਰ ਛੱਡਿਆ, ਦੇਹ ਤਿਆਗੀ, ਜਦੋਂ ਕਹਿੰਦਾ ਜੋਤੀ ਜੋਤ ਸਮਾਏ, ਕਿਉਂਕਿ ਜੋਤ ਸੀ ਉਹ ਜੋਤ 'ਚ ਭੇਦ ਹੋ ਗਿਆ। ਆਮ ਬੰਦਾ ਹੋਵੇ ਫਲਾਣਾ ਮਰ ਗਿਆ, ਸਰੀਰ ਛੱਡ ਗਿਆ, ਉਹਦੀ ਡੈਥ ਹੋ ਗਈ, ਮਹਾਰਾਜ ਕਿਤੇ ਸ਼ਬਦ ਹੈ ਇਤਿਹਾਸ 'ਚ, ਇਹ ਹੁੰਦਾ ਜੋਤੀ ਜੋਤ ਸਮਾਏ, ਕਿਉਂਕਿ ਜੋਤ ਸਰੂਪ ਸੇ ਜੋਤ ਵਿੱਚ ਭੇਦ ਹੋ ਗਿਆ। ਕਿਤੇ ਦਿਵਸ ਬੀਤੇ ਸਮਾਂ ਅੰਤ ਆਇਓ, ਫਿਰ ਹੁਕਮ ਕੀਤਾ ਕਰੋ ਬੇਗ ਪ੍ਰਸ਼ਾਦ ਐਸੇ ਬਤਾਇਓ। ਇਹ ਹੁਕਮ ਹੋਇਆ ਵੀ ਖੁੱਲਾ ਕੜਾ ਪ੍ਰਸ਼ਾਦੀ ਦੇਗ ਸਜਾਓ, ਵਿਧੀ ਮਰਜ਼ਾਦਾ ਨੂੰ। ਕਛੂ ਭੋਜਨੰ ਖਾਏ ਕੈ ਨੀਰ ਪੀਨਾ, ਉਦੋਂ ਮਹਾਰਾਜ ਨੇ ਸੰਗਤ 'ਚ ਪੰਗਜ ਸਜ ਕੇ ਕੁਝ ਕਹਿੰਦੇ ਭੋਜਨ ਵੀ ਖਾਧਾ ਤੇ ਨੀਰ ਪੀਨਾ, ਜਲ ਵੀ ਛਕਿਆ। ਕਛੂ ਭੋਜਨੰ ਖਾਏ ਕੈ ਨੀਰ ਪੀਨਾ, ਭਰੋਸਾ ਸਭਨ ਕੋ ਭਲੀ ਪਾਂਤ ਦੀਨਾ। ਦੱਸਦਾ ਵੀ ਅਸੀਂ ਹੁਣ ਸੱਚਖੰਡ ਜਾ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ ਬਖਸ਼ ਦਿੱਤੀ ਹੈ, ਸੰਗਤ ਨੇ ਬੇਵਲ ਤਾਂ ਹੋਣਾ ਹੀ ਸੀ। ਇਹ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਸ਼ਬਦ ਮਲਾਵਾ ਹੋਤਾ ਹੈ, ਦੇਹ ਮਲਾਵਾ ਨਾ। ਸ਼ਬਦ ਦਾ ਮੇਲ ਸਦਾ, ਸਰੀਰਾਂ ਦਾ ਸਦਾ। ਭਰੋਸਾ ਸਭਨ ਕੋ ਭਲੀ ਪਾਂਤ ਦੀਨਾ, ਰਾਈ ਅਰਧ ਰਾਤੰ ਘਰੀ ਚਾਰ ਔਰੇ। ਅੱਧੀ ਰਾਤ ਬੀਤ ਗਈ ਸੀ, 12 ਵਜੇ 4 ਘੜੀ 24 ਚੌਕ 96, 1 ਘੰਟਾ 24 ਮਿੰਟ ਉੱਪਰ ਗਏ ਸੀ। ਰਾਈ ਅਰਧ ਰਾਤੰ ਘਰੀ ਚਾਰ ਔਰੇ, ਭਇਓ ਸ਼ਬਦ ਰੂਪੀ ਕਰੀ ਬਾਤ ਔਰੇ। ਔਰ 4 ਘੜੀਆਂ, 1 ਘੜੀ 24 ਮਿੰਟ ਦੀ, 24 ਚੌਕ 96, ਇੰਨਾ ਸਮਾਂ 1 ਘੰਟਾ 36 ਮਿੰਟ ਹੋ ਗਏ ਸੀ ਜਦੋਂ ਮਹਾਰਾਜ ਨੇ ਇਹ ਲੀਲਾ ਵਰਤਾਈ। ਘਰੀ ਚਾਰ ਔਰੇ ਭਈ ਅਰਧ ਰਾਤਮ, ਘਰੀ ਚਾਰ ਔਰੇ, 1 ਘੰਟਾ 36 ਮਿੰਟ ਗੁਜ਼ਰ ਗਏ ਸੀ ਜਦੋਂ ਭਾਣਾ ਵਰਤਾ। ਭਇਓ ਸ਼ਬਦ ਰੂਪੀ ਕਰੀ ਬਾਤ ਔਰੇ। ਹੁਣ ਕਵੀ ਸੈਨਾਪਤੀ 52 ਕਵੀਆਂ ਚ ਇੱਕ ਕਵੀ ਹੈ, ਕੌਤਕ ਸਾਰਾ ਦੇਖਿਆ, ਕਹਿੰਦੇ ਸ਼ਬਦ ਸਰੂਪ ਹੋ ਗਏ। ਭਇਓ ਸ਼ਬਦ ਰੂਪੀ ਕਰੀ ਬਾਤ ਔਰੇ, ਕਹਿੰਦੇ ਹੋਰ ਦੀ ਹੋਰ ਹੀ ਕੌਤਕ ਕਰ ਗਏ। ਫਿਰ ਸ਼ੰਕੇ ਵਾਲੀ ਗੱਲ ਕਿਹੜੀ ਹੈ? ਅਸੀਂ ਸਮਝਦੇ ਜਿਵੇਂ ਅਸੀਂ 5 ਤੱਤਾਂ ਦੇ ਪੁਤਲੇ ਹਨ, ਵੀ ਸ਼ਾਇਦ ਮਹਾਰਾਜ ਤੇ ਸਰੀਰ ਵੀ ਇਵੇਂ ਸੀ। ਉਹ ਮਹਾਰਾਜ ਦੀ ਮਹਾਨਤਾ ਨੂੰ ਸਮਝ ਹੀ ਨਹੀਂ ਸਕਦੇ, ਇੰਨੀ ਬੁੱਧੀ ਨਹੀਂ ਹੈ। ਇਹ ਤਾਂ ਗੁਰੂ ਮਹਾਰਾਜ ਕਿਰਪਾ ਕਰਨ, ਫੇਰ ਸਾਧ ਸੰਗਤ ਜੀ ਸੋਝੀ ਆਉਂਦੀ ਹੈ, ਸਮੱਤ ਆਉਂਦੀ ਹੈ। ਇੱਕ ਵਾਰੀ ਭਾਈ ਸਾਹਿਬ ਭਾਈ ਦਇਆ ਸਿੰਘ ਬੇਨਤੀ ਕੀਤੀ ਸੀ ਨਾ ਕਿ ਪਾਤਸ਼ਾਹ ਆਪ ਕਿਸ ਤਰ੍ਹਾਂ ਚੋਜ ਕਰਦੇ ਹੋ, ਆਪ ਦਾ ਕੈਸਾ ਮਨਮੋਹਣਾ ਇਹ ਸਰਗੁਣ ਸਰੂਪ ਹੈ। ਮਹਾਰਾਜ ਹੱਸ ਪਏ, ਕਹਿਣ ਲੱਗੇ ਭਾਈ ਦਇਆ ਸਿੰਘ ਜੀ ਸਾਡੇ ਲੱਕ ਨੂੰ ਕਮਰ ਕੱਸਾ ਕਰੋ। ਜੇ ਕਮਰ ਕੱਸਾ ਕੀਤਾ, ਉਹ ਭਾਈ ਸਾਹਿਬ ਦੇ ਹੱਥ 'ਚ ਆ ਗਿਆ। ਕਹਿੰਦੇ ਮਹਾਰਾਜ ਸਾਹਮਣੇ ਦਰਸ਼ਨ ਹੋ ਰਿਹਾ, ਇਹ ਮੇਰੇ ਹੱਥ 'ਚ ਆ ਗਿਆ, ਗੰਢ ਵੱਜੀ ਹੈ। ਕਹਿੰਦੇ ਇਉਂ ਬਾਂਹ ਫਿਰ ਕੇ ਦੇ ਲਾ। ਕਹਿੰਦੇ ਮਹਾਰਾਜ ਇਉਂ ਘੁੰਮੀ ਜਾਂਦੀ। ਕਹਿੰਦੇ ਸਰੀਰ ਨੇ ਇੱਕ ਪ੍ਰਕਾਸ਼ ਰੂਪ ਹੈ, ਹੁਣ ਸੂਰਜ ਦੇ ਪ੍ਰਕਾਸ਼ ਨੂੰ ਕਿਹੜਾ ਬੰਨ ਲੂਗਾ? ਤੇ ਜਿਸ ਨੇ ਪਤਾ ਨਹੀਂ ਕਿੰਨੇ ਕੁ ਸੂਰਜ ਪੈਦਾ ਕੀਤੇ। तस्य भाषा सर्वमिदं भवति, उसी के प्रकाश करके सारे में प्रकाश हो रहा है। तिसकै चानन सब में चानन होए, गुर साखी जोत प्रगट होए।
ये तो भाई नंद लाल साहब वाले नेत्र मिल जान फिर 10वें पातशाह नूं ही समझ सकते हैं। दीन दुनिया दर कमंदे आपरी रुखसारे मां हर दो आलम कीमते यकतार मूए यारे मां। ये तो वही समझ सकता भी उन्होंने दे घुंघराले सुनहरी केसां दा एक केस मिल जाए ना, आ दोहां जानां दियां 14 लोकां दियां बादशाहियां परे सुट दियां। किन्नी शरधा है। जद तक ऐसा विश्वास नहीं आता उदों तक जिन्ने मर्जी जिजाल कर लो महाराज दे दर्शन नहीं। ये तो फिर भावना बनानी पैंदी। तू चौ सज्जन मैडिया डेई सिस अवतार नैन मिहन दे तरस दे कद पसी दीदार। भाई नंद लाल साहब कहते हैं नैना बिच सफेदी आई देखदी हाँ राह तेरा गोया कमले चैन ना पावन कहया मनना मेरा। यह महाराज अखां विच सफेदी आ गई तेरे राह नूं देखदे। जिवें भाई वीर सिंह ने लिखिया कलगियां वाले दे राहां ते नरगस ने नैन बिछाए कलगियां वाले अज आए कि कल आए। इहदा प्यार जगाउणा पैंदा है। ये अपनी चितराई ना नहीं मिलता। ये पिरम प्याला खसम का जय भाव है तै दे अपना लाया पिरम ना लगई। जे लोचा सब कोई चाहते तो सारे आ टेढ़ी जी पग बन के कोई कहे मैं आशिक बन गया, पर ये जड़ी आशिकी वखरी है। हुण समा हो गया ਉਹਦੇ ਮੁਤਾਬਕ ਇੱਥੇ ਸੰਗੋਚਦੇ हैं। गुरु महाराज कृपा करन। धन धन साहिब श्री गुरु नानक देव जी महाराज तो लैके धन धन साहिब श्री गुरु गोबिंद सिंह साहिब जी महाराज और उन्होंने खालसा पंथ और गुरु ग्रंथ ये अंदर अपना जोत जमा रख दिता। सो इस करके प्यारिओ अज आप सारिਆਂ ने बड़े प्यार दे नाल जथेदार बाबा गुरदेव सिंह जी तो बचन सुने हैं। थोड़े दिन पहला दल बाबा विधि चंद जी श्रीमान बाबा अवतार सिंह जी वो भी पहली बारी कृपा कर गए तो महाराज 6वें पातशाह के बख्शे हुए शास्त्रां दे भी आप जी ने दर्शन किए है। सो श्रीमान जथेदार बाबा निहाल सिंह जी तरना दल हरियां बेला उन्होंने महापुरखों के भी उधर वैनकूवर दर्शन हुए। महापुरखों भी विचार वटांदरे हुए भागां दे नाल है। सो इस करके श्रीमान और संत बाबा ठाकर सिंह जी किन्नी कृपा कर गए इन्होंने देशों आखिरी बिरध अवस्था नौजवानों एक नवी लहर ही पैदा कर गए। महापुरख जिहड़े बंदगी वाले महापुरख आ क्योंकि साधक है संग नहीं कछ काल दर्शन भेटत होत निहाल। ऐसे जिहड़े महापुरख आ उन्हां वास्ते गुरबाणी च बचन हन हर संतन कर नमो नमो नौ नित भाव है वो तुल सुखो। सो इन्नियां बेनतियां प्रवान करनियां। गुरु महाराज बख्शिश करन। आई संगत नूं जी आया सारियां दा बहुत बहुत धन्नवाद। प्रबंधकां दा ग्रंथी सिंह ਗਿਆਨੀ ਸਿੰਘ ਰਾਗੀ ਸਿੰਘ ਲਾਂਗਰੀ ਜੋੜਿਆਂ ਦੀ ਸੇਵਾ ਕਰਨ ਜਿੰਨੇ ਵੀ ਸੇਵਾਦਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। और जथेदार बाबा गुरदेव सिंह जी उन्होंने भी संगतां नूं प्रवचन सुनाए है। हुण ढाडी सिंह हुण ढाडी बेकार कारे लाया। सो 6वें पातशाह ने मुर्दा हो चुकी मनुष्यता विच अणख गैरत वीर रस भरन वास्ते जिथे अकाल तख्त साहिब रचना की उत्थे 10वें पातशाह ने 4 तख्त कृपा की। पटना साहब, केसगढ़, दमदमा साहब, सचखंड, हजूर साहब।
सो इस वास्ते क्योंकि मुसलमानी राज 4 तख्त सी, लाहौर, कलानौर, दिल्ली, आगरा, ते मारन का 5.5 गज के बोलो। सो इस वास्ते गुरु महाराज किरपा करन। प्रबंधकां दा भी संगतां दा बहुत बहुत धन्नवाद। खालसा पंथ एकता, इतफाक, प्यार, चढ़दी कला बख्शिश करन। ढाडी सिंह ये बड़ा हरमन प्यारा साज है, सारंगी। आप उन्होंने तो 12 सरवण करोगे। इन्नियां बेनतियां प्रवान करनियां। 2 दिन आप जी के चरणों च होर बेनतियां करनियां हैं। कल आप सारिਆਂ ने जाप भी करना है, क्योंकि एको जप एको साला है, एक सिमर एको मन आहे, एक सके गुण गाओ अनंत, मंतन जाप एक भगवंत। इन्नियां बेनतियां प्रवान करनियां। वाहिगुरु जी का खालसा, वाहिगुरु जी की फतेह।